ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਸ ਪ੍ਰੋਗਰਾਮ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ ਆਪਣੀ ਸਹਿਯੋਗੀ ਮਨਦੀਪ ਸਿੰਘ ਟੁਰ ਦੇ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਬ੍ਰਿਟਿਸ਼ ਕੋਲੰਬੀਆ ਨਾਲ ਜੁੜੀ ਹੋਈ ਖਬਰ ਦੀ ਕਰ ਲੈਂਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਬਰਸਾਤ ਹੁੰਦੀ ਹੈ। ਇਸ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਕਈ ਥਾਵਾਂ ਤੇ ਬਣ ਗਏ, ਪਰ ਹੁਣ ਇੱਥੇ ਮੌਸਮ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨਾ ਚਾਹਾਂਗੇ। ਬਿਲਕੁਲ ਜੀ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲਾਂ ਹੀ ਅਸੀਂ ਦੇਖ ਰਹੇ ਹਾਂ ਕਿ ਬੀਤਣਾ ਤੋਂ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਵਿਗੜ ਗਏ ਸੀਗੇ। ਬਹੁਤ ਜ਼ਿਆਦਾ ਮੀਂਹ ਪੈਣ ਦੇ ਨਾਲ ਜੋ ਬਹੁਤ ਜ਼ਿਆਦਾ ਪਾਣੀ ਥਾਵਾਂ ਤੇ ਭਰ ਗਿਆ ਸੀ, ਹਾਈਵੇ ਜਿਹੜੇ ਡੁੱਬ ਗਏ ਸੀ। ਲਗਭਗ ਪਹਿਲੀ ਵਾਰ ਜਿਹੜੀ ਸੀ ਬ੍ਰਿਟਿਸ਼ ਕੋਲੰਬੀਆ 'ਚ ਇਸ ਤਰੀਕੇ ਦਾ ਸਥਿਤੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬਹੁਤ ਸਾਰੇ ਹਾਈਵੇ ਜਿਹੜੇ ਉਹ ਰੁੜ ਗਏ, ਪੁਲ ਜਿਹੜੇ ਸੀ ਉਹ ਟੁੱਟ ਗਏ ਅਤੇ ਕਈ ਥਾਵਾਂ ਤੇ ਲੋਕ ਸੀ ਜਿਹੜੇ ਉਹ ਫਸ ਗਏ, ਘਰਾਂ ਦੇ ਵਿੱਚ ਪਾਣੀ ਵੜ ਗਿਆ ਔਰ ਕੁਝ ਲੋਕਾਂ ਦੀ ਇਸ ਦੇ ਵਿੱਚ ਜਿਹੜੀ ਮੌਤ ਵੀ ਉਹ ਹੋਈ ਆ ਤੇ ਸਪਲਾਈ ਚੇਨ ਜਿਹੜੀ ਸੀ ਕਾਫੀ ਟੁੱਟ ਗਈ ਸੀ। ਸੋ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਹਾਲਾਤ ਜਿਹੜੇ ਖਰਾਬ ਹੋਏ ਸੀ। ਹਜ਼ਾਰਾਂ ਦੀ ਗਿਣਤੀ ਜਿਹੜੇ ਪਸ਼ੂ ਜਾਨਵਰ ਸੀ ਉਹ ਮਾਰੇ ਗਏ, ਜਿਹੜੇ ਫਾਰਮ ਸੀ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ। ਬਹੁਤ ਸਾਰੇ ਜਿਹੜੇ ਜਾਨਵਰ ਸੀ ਉਹ ਜਿਵੇਂ ਪਹਿਲਾਂ ਦੱਸਿਆ ਮਾਰੇ ਵੀ ਗਏ ਔਰ ਬਹੁਤ ਸਾਰੇ ਪਾਲਤੂ ਜਾਨਵਰ ਜਿਹੜੇ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ। ਸੋ ਕੁੱਲ ਮਿਲਾ ਕੇ ਜਿਹੜੀਆਂ ਤਸਵੀਰਾਂ ਸੀ ਉਹ ਇਸ ਤਰੀਕੇ ਦੀਆਂ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਕਿ ਵੈਨਕੂਵਰ ਦਾ ਜਿਹੜਾ ਸੜਕੀ ਸੰਪਰਕ ਸੀ ਉਹ ਬਾਕੀ ਇਸ ਮੈਟਰੋ ਵੈਨਕੂਵਰ ਦਾ ਬਾਕੀ ਕੈਨੇਡਾ ਨਾਲੋਂ ਲਗਭਗ ਜਿਹੜਾ ਉਹ ਟੁੱਟ ਗਿਆ ਸੀਗਾ। ਸੋ ਹੁਣ ਜਿਹੜਾ ਵਾ ਇੱਕ ਵਾਰੀ ਫੇਰ ਵਾਰਨਿੰਗ ਜਿਹੜੀ ਦਿੱਤੀ ਹੈ ਔਰ ਕਾਫੀ ਸਖਤ ਵਾਰਨਿੰਗ ਜਿਹੜੀ ਆ ਅੱਜ ਜਾਰੀ ਕੀਤੀ ਗਈ ਹੈ ਇਨਵਾਇਰਨਮੈਂਟ ਕੈਨੇਡਾ ਵੱਲੋਂ ਕਿ ਇੱਕ ਵਾਰੀ ਫੇਰ ਜਿਹੜਾ ਵਾ ਇਸ ਹਫਤੇ ਦੇ ਵਿੱਚ ਇੱਕ ਵੱਡਾ ਤੂਫਾਨ ਜਿਹੜਾ ਵਾ ਸਾਊਥ ਕੋਸਟ BC ਦੇ ਵਿੱਚ ਜਿਹੜਾ ਉਹ ਆ ਸਕਦਾ ਆ। ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਆ, ਬਹੁਤ ਤੇਜ਼ ਹਵਾਵਾਂ ਦੀ ਚੇਤਾਵਨੀ ਆ ਔਰ ਇਹਦੇ ਨਾਲ ਨਾਲ ਇਸ ਵਾਰ ਜਿਹੜੀ ਬਰਫ਼ਬਾਰੀ ਆ ਉਹ ਵੀ ਹੋ ਸਕਦੀ ਆ, ਖਾਸ ਕਰਕੇ ਫਰੇਜ਼ਰ ਵੈਲੀ ਅਤੇ ਜਿਹੜੀ ਫਰੇਜ਼ਰ ਕੈਨਨ ਵੈਲੀ ਆ ਉੱਥੇ ਖਾਸ ਕਰਕੇ ਇਹ ਵਾਰਨਿੰਗ ਜਾਰੀ ਕੀਤੀ ਗਈ ਆ। ਔਰ ਇਸ ਹਫਤੇ ਦੇ ਵਿੱਚ ਲਗਭਗ 100 ਮਿਲੀਮੀਟਰ ਤੱਕ ਦਾ ਮੀਂਹ ਜਿਹੜਾ ਆ ਉਹ ਪੈ ਸਕਦਾ, ਜਿਹਨੂੰ ਕਿ ਅਸੀਂ ਕਾਫੀ ਹੱਦ ਤੱਕ ਜਿਹੜਾ ਕਹਿ ਸਕਦੇ ਆ ਕਿ ਵੱਡੀ ਮਾਤਰਾ ਵਿੱਚ ਜਿਹੜਾ ਮੀਂਹ ਆ ਲਗਾਤਾਰ ਪੈ ਸਕਦੇ ਆ। ਫਿਰ ਬਹੁਤ ਤੇਜ਼ ਜਿਹੜੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ, ਜਿਨ੍ਹਾਂ ਦੀ ਗਤੀ ਹੈ ਜਿਹੜੀ 110 ਪ੍ਰਤੀ ਘੰਟਾ ਕਿਲੋਮੀਟਰ ਦੇ ਜਿਹੜੇ ਹਿਸਾਬ ਤੋਂ ਵੀ ਉੱਪਰ ਜਿਹੜੀ ਉਹ ਦੱਸੀ ਜਾ ਰਹੀ ਹੈ ਕਿ ਹੋ ਸਕਦੀਆਂ ਨੇ। ਔਰ ਬਰਫ਼ਬਾਰੀ ਜਿਹੜੀ ਆ ਉਹ ਵੀ ਕਾਫੀ ਦੱਸੀ ਜਾ ਰਹੀ ਆ। ਉਹ ਵੀ ਇੱਕ ਜਦੋਂ ਅਸੀਂ ਦੇਖਦੇ ਹਾਂ ਕਿ ਬਰਫ਼ਬਾਰੀ ਨਾਲ ਜਦੋਂ ਇੰਨੀਆਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਹ ਵੀ ਇੱਕ ਬਰਫੀਲਾ ਤੂਫਾਨ ਦਾ ਜਿਹੜਾ ਰੂਪ ਧਾਰਨ ਕਰ ਸਕਦੇ ਆ। ਸੋ ਚੇਤਾਵਨੀ ਦਿੱਤੀ ਗਈ ਆ ਅੱਜ ਐਪਸਪੋਰਟ ਦੇ ਜਿਹੜੇ ਮੇਅਰ ਆ, ਕਿਉਂਕਿ ਐਪਸਪੋਰਟ ਦਾ, ਹੋਪ ਦਾ, ਕਿਲਾ ਵੈਕ ਜਾਂ ਇੱਧਰ ਨੂੰ ਹੋਰ ਜਿਹੜੇ ਸ਼ਹਿਰ ਨੇ, ਖਾਸ ਕਰਕੇ ਮੇਰਠ ਦਾ ਇਲਾਕਾ ਜਿਹੜਾ ਸ਼ਹਿਰ ਖਾਲੀ ਕਰਵਾਇਆ ਗਿਆ ਸੀ ਔਰ ਇਹਦੇ ਨਾਲ ਨਾਲ ਹੋਰ ਬਹੁਤ ਛੋਟੇ ਛੋਟੇ ਜਿਹੜੇ ਪਿੰਡ ਨੇ ਜਿੱਥੇ ਮੂਲ ਨਿਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਨੇ ਉਹ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਆ। ਇੱਕ ਵਾਰੀ ਫੇਰ ਉੱਥੇ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਗਈ ਆ ਕਿ ਇਸ ਹਫਤੇ ਇੱਕ ਹੋਰ ਵੱਡਾ ਤੂਫਾਨ ਜਿਹੜਾ ਵਾ ਉਹ BC ਦੇ ਇਹਨਾਂ ਇਲਾਕਿਆਂ 'ਚ ਦੁਬਾਰਾ ਹਿੱਟ ਜਿਹੜਾ ਉਹ ਕਰ ਸਕਦਾ ਆ ਤੇ ਸੰਭਾਵਨਾ ਇਹ ਆ ਕਿ ਇੱਕ ਵਾਰੀ ਫੇਰ ਜਿਹੜਾ ਪਾਣੀ ਭਰ ਸਕਦਾ, ਕਿਉਂਕਿ ਬਹੁਤ ਸਾਰੇ ਜਿਹੜੇ ਹਾਈਵੇ ਨੇ ਉਹਨਾਂ ਤੋਂ ਪਾਣੀ ਤਾਂ ਖੈਰ ਉਤਰ ਚੁੱਕਾ ਆ ਔਰ ਕੁਝ ਥਾਵਾਂ ਤੋਂ ਹਾਈਵੇ ਖੋਲ੍ਹੇ ਵੀ ਗਏ ਨੇ, ਸਿੰਗਲ ਲੇਨ ਹਾਈਵੇ ਖੋਲ੍ਹੇ ਗਏ ਨੇ। ਜਿਹੜੇ ਤਾਂ ਪੁਲਾਂ ਦਾ ਨੁਕਸਾਨ ਹੋਇਆ, ਜਿਹੜੇ ਟੁੱਟੇ ਨੇ ਉਹਨਾਂ ਦੀ ਮੁਰੰਮਤ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜੇ ਲੋਕ ਫਸ ਗਏ ਸੀਗੇ 600 ਤੋਂ ਵੱਧ ਜਿਹੜੇ ਟਰੱਕ ਡਰਾਈਵਰ ਸੀਗੇ, ਬਹੁਤ ਸਾਰੇ ਲੋਕ ਕਾਰਾਂ ਵਿੱਚ ਸੀ, ਪਰਿਵਾਰ ਸੀਗੇ ਔਰ ਇਹਨਾਂ ਖਾਸ ਕਰਕੇ ਘਰਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਗਿਆ ਜਿੱਥੇ ਪਾਣੀ ਭਰਿਆ ਹੋਇਆ ਸੀਗਾ ਔਰ ਹੌਲੀ ਹੌਲੀ ਹਾਲਾਤ ਜਿਹੜੇ ਉਹ ਨੋਰਮਲ ਹੋਣ ਲੱਗੇ ਸੀਗੇ। ਹਾਲਾਂਕਿ ਜਿਹੜੇ ਹਾਈਵੇ ਟੁੱਟੇ ਨੇ ਉਸ ਤਰੀਕੇ ਨਾਲ ਤਾਂ ਹੱਲੇ ਜਿਹੜੇ ਉਹ ਨਹੀਂ ਖੁੱਲਣਗੇ, ਕਈ ਹਫ਼ਤਿਆਂ ਦਾ ਸਮਾਂ ਲੱਗ ਸਕਦਾ, ਕੁਝ ਮਹੀਨੇ ਵੀ ਕਈ ਥਾਵਾਂ ਤੇ ਲੱਗ ਸਕਦੇ ਨੇ। ਪਰ ਆਵਾਜਾਈ ਥੋੜੀ ਜਿਹੀ ਸ਼ੁਰੂ ਕੀਤੀ ਗਈ ਸੀ, ਜਿਹੜੇ ਲੋਕ ਫਸੇ ਹੋਏ ਸੀ ਉਹਨਾਂ ਨੂੰ ਕੱਢਿਆ ਗਿਆ ਸੀ, ਹਾਈਵੇ 7 ਨੂੰ ਖੋਲ ਕੇ ਉਧਰ ਦੇ ਲੋਕਾਂ ਨੂੰ ਕੱਢਿਆ ਗਿਆ। ਪਰ ਇੱਕ ਵਾਰੀ ਫੇਰ ਜਿਹੜੀ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ, ਬਹੁਤ ਚਿੰਤਾ ਦਾ ਵਿਸ਼ਾ ਆ ਔਰ ਇੱਕ ਵਾਰ ਜਿਹੜਾ ਵਾ ਘਾਤਕ ਰੂਪ ਲੋਕ ਦੇਖ ਚੁੱਕੇ ਨੇ ਔਰ ਹੱਲੇ ਸਥਿਤੀ ਆਮ ਵਾਂਗ ਨਹੀਂ ਹੋਈ ਹੈ ਕਿ ਇੱਕ ਹੋਰ ਤੂਫਾਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਸੋ ਸਾਰੇ ਲੋਕਾਂ ਨੂੰ ਜਿਹੜੇ ਉਹ ਅਸੀਂ ਅਪੀਲ ਵੀ ਕਰਦੇ ਹਾਂ ਕਿ ਆਪੋ ਆਪਣਾ ਜਿਹੜਾ ਉਹ ਖਿਆਲ ਵੀ ਰੱਖਣ। ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਹੋ ਸਕੇ ਤਾਂ ਜਿਹੜੇ ਮਹਿਫੂਜ਼ ਖੇਤਰਾਂ ਵਿੱਚੋਂ ਪਹੁੰਚ ਸਕਦੇ ਨੇ। ਤੇ ਇਸ ਵਾਰ ਕਿਉਂਕਿ ਪਹਿਲਾਂ ਤਾਂ ਇੰਨੀ ਉਮੀਦ ਨਹੀਂ ਸੀ ਕਿ ਇਸ ਤਰੀਕੇ ਦਾ ਜਿਹੜਾ ਨਜ਼ਾਰਾ ਦੇਖਣ ਨੂੰ ਮਿਲੇਗਾ, ਕਿਉਂਕਿ ਪਹਿਲੀ ਵਾਰ ਇਸ ਤਰੀਕੇ ਦੇ ਹਾਲਾਤ ਦੇਖੇ ਜਾ ਰਹੇ ਨੇ। ਹਾਲਾਂਕਿ ਜੇ ਅਸੀਂ ਬਹੁਤ ਪਿੱਛੇ ਜਾਂਦੇ ਹਾਂ 1920 ਤੋਂ ਪਹਿਲਾਂ ਤਾਂ ਉਦੋਂ ਦੱਸਿਆ ਜਾਂਦਾ ਕਿ ਜਿਹੜੀਆਂ ਥਾਵਾਂ ਤੇ ਪਾਣੀ ਭਰਿਆ ਉਦੋਂ ਇੱਥੇ ਇੱਕ ਝੀਲ ਹੁੰਦੀ ਸੀ, ਉਸ ਤੋਂ ਬਾਅਦ ਇਹਨਾਂ ਥਾਵਾਂ ਨੂੰ ਜਿਹੜਾ ਸੀ ਉਹ ਰਹਿਣ ਯੋਗ ਬਣਾ ਲਿਆ ਗਿਆ, ਉੱਥੇ ਫਾਰਮ ਬਣ ਗਏ, ਉੱਥੇ
ਜਿਹੜੇ ਸੀ ਸ਼ਹਿਰ ਵਸ ਗਏ, ਪਰ ਇੱਕ ਵਾਰੀ ਫੇਰ ਉਹ ਝੀਲ ਵਰਗਾ ਨਜ਼ਾਰਾ ਜਿਹੜਾ ਸੀ ਉਹ ਬਣ ਗਿਆ। ਸੋ ਹੁਣ ਲੋਕਾਂ ਦੇ ਜ਼ਿਹਨ 'ਚ ਹੋਵੇਗਾ ਕਿ ਹੁਣ ਜੇ ਵਾਰਨਿੰਗ ਦਿੱਤੀ ਗਈ ਹੈ ਤਾਂ ਕਿਸ ਤਰੀਕੇ ਦੇ ਹਾਲਾਤ ਦੁਬਾਰਾ ਪੈਦਾ ਹੋ ਸਕਦੇ ਆ। ਸੋ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣਾ ਖਿਆਲ ਰੱਖਣ ਅਤੇ ਚਤੰਨ ਰਹਿਣ। ਜੀ ਮਨਦੀਪ ਜੀ, ਤੁਸੀਂ ਸਪਲਾਈ ਚੇਨ ਦਾ ਜ਼ਿਕਰ ਕੀਤਾ ਹੈ ਕਿ ਪ੍ਰਭਾਵਿਤ ਹੋਈ ਹੈ ਸਪਲਾਈ ਚੇਨ ਇੱਥੇ ਬ੍ਰਿਟਿਸ਼ ਕੋਲੰਬੀਆ ਵਿੱਚ, ਤੇ ਹੁਣ ਮੌਜੂਦਾ ਸਮੇਂ ਸਪਲਾਈ ਚੇਨ ਦੀ ਕੀ ਸਥਿਤੀ ਬਣੀ ਹੋਈ ਹੈ? ਕਿਉਂਕਿ ਅਸੀਂ ਇਹ ਵੀ ਦੇਖਿਆ ਕਿ ਗਰੋਸਰੀ ਸਟੋਰਾਂ ਤੋਂ ਬੜੇ ਪੈਨਿਕ ਹੋ ਕੇ ਚੀਜ਼ਾਂ ਜਿਹੜੀਆਂ ਨੇ ਉਹ ਖਰੀਦੀਆਂ ਜਾਂਦੀਆਂ ਨੇ, ਤਾਂ ਇਸ ਸਭ ਬਾਰੇ ਕਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਅਸੀਂ ਪਹਿਲਾਂ ਕੋਵਿਡ ਵੇਲੇ ਜਦੋਂ ਲਾਕਡਾਊਨ ਲੱਗਣਾ ਸੀ ਉਦੋਂ ਵੀ ਅਸੀਂ ਦੇਖਿਆ ਸੀ ਕਿ ਬਹੁਤ ਜ਼ਿਆਦਾ ਲੋਕ ਪੈਨਿਕ ਹੋ ਗਏ ਸੀਗੇ। ਬਹੁਤ ਲੰਬੀਆਂ ਕਤਾਰਾਂ ਜਿਹੜੀਆਂ ਸੀ ਉਹ ਗਰੋਸਰੀ ਸਟੋਰਾਂ ਦੇ ਬਾਹਰ ਲੱਗ ਗਈਆਂ ਸੀ, ਸ਼ੈਲਫਾਂ ਜਿਹੜੀਆਂ ਬਿਲਕੁਲ ਖਾਲੀ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਹੁਣ ਵੀ ਕੁਝ ਉਸ ਤਰੀਕੇ ਦੇ ਹਾਲਾਤ ਦੇਖਣ ਨੂੰ ਮਿਲੇ, ਕਿਉਂਕਿ ਜਦੋਂ ਹਾਈਵੇ ਜਿਹੜੇ ਸੀ ਇਹ ਟੁੱਟ ਗਏ ਤਾਂ ਉਸ ਤੋਂ ਬਾਅਦ ਇਹ ਸੀਗਾ ਕਿ ਹੁਣ ਜਿਹੜੀ ਗਰੋਸਰੀ ਦੀ ਚੇਨ ਆ ਉਹ ਜਿਹੜੀ ਸਪਲਾਈ ਚੇਨ ਆ, ਮਾਫ ਕਰਨਾ, ਉਹ ਟੁੱਟਣ ਦਾ ਖਾਸਾ ਜਿਹੜਾ ਸੀ ਹੋ ਗਿਆ ਸੀਗਾ। ਤੇ ਕੁਝ ਦਿਨ ਜਿਹੜਾ ਸੀ ਉਹ ਲੱਗੇ ਵੀ, ਕਈ ਥਾਵਾਂ ਤੋਂ ਸਟੋਰਾਂ ਦੇ ਵਿੱਚ ਅਸੀਂ ਦੇਖਿਆ ਲੋਕਾਂ ਨੇ ਸ਼ੈਲਫਾਂ ਖਾਲੀ ਕਰ ਦਿੱਤੀਆਂ, ਦੁੱਧ ਜਿਹੜਾ ਸੀ ਉਹ ਚੱਕ ਲਿਆ, ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਸੀਗੀਆਂ ਖਾਣ ਪੀਣ ਦੀਆਂ ਲੋਕ ਜਮ੍ਹਾਂ ਕਰਨ ਲੱਗ ਪਏ। ਲੋਕ ਗੈਸ ਸਟੇਸ਼ਨਾਂ ਤੇ ਜਾ ਕੇ ਉੱਥੇ ਜਿਹੜੇ ਸੀ ਤੇਲ ਭਰ ਕੇ ਕੈਨੀਆਂ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਸੋ ਉਹਦੇ ਫਲਸਰੂਪ ਜਿਹੜੀਆਂ ਸੀ ਹੁਣ ਜਦੋਂ ਅਸੀਂ ਗਰੋਸਰੀ ਸਟੋਰ ਤੇ ਜਾਂਦੇ ਹਾਂ, ਵਾਲਮਾਰਟ ਜਾਂ ਹੋਰਾਂ ਤੇ ਉੱਥੇ ਬਕਾਇਦਾ ਜਿਹੜੇ ਲਿਖ ਕੇ ਲਾਇਆ ਹੋਇਆ ਕਿ ਇੱਕ ਵਿਅਕਤੀ ਜਿਹੜਾ ਵਾ ਜਾਂ ਇੱਕ ਜਿਹੜਾ ਪਰਿਵਾਰ ਗਰੋਸਰੀ ਕਰਨ ਲਈ ਜਾਂਦਾ ਆ ਤਾਂ 2 ਤੋਂ ਵੱਧ ਉਹ ਦੁੱਧ ਦੀਆਂ ਜਿਹੜੀਆਂ ਉਹ ਕੈਨੀਆਂ ਨੇ ਉਹ ਨਹੀਂ ਚੱਕ ਸਕਦੇ। ਸੋ ਇਸੇ ਤਰੀਕੇ ਨਾਲ ਜਦੋਂ ਤੁਸੀਂ ਗੈਸ ਸਟੇਸ਼ਨ ਤੇ ਜਾਂਦੇ ਹੋ ਤਾਂ ਤੁਸੀਂ 30 ਲੀਟਰ ਤੋਂ ਵੱਧ ਜਿਹੜਾ ਵਾ ਉਹ ਆਪਣੀ ਕਾਰ ਦੇ ਵਿੱਚ ਜਾਂ ਆਪਣੇ ਨਾਲ ਜਿਹੜਾ ਵਾ ਤੁਸੀਂ ਉਹ ਗੈਸ ਨਹੀਂ ਲਿਜਾ ਸਕਦੇ। ਨਾਨ ਐਸੈਂਸ਼ੀਅਲ ਟਰੈਵਲ ਤੇ ਇੱਕ ਵਾਰੀ ਫੇਰ ਪਾਬੰਦੀਆਂ ਲੱਗੀਆਂ ਨੇ, ਬਹੁਤਾ ਟਰੈਵਲ ਵੀ ਕਰਨ ਉੱਤੇ ਪਾਬੰਦੀਆਂ ਲਾਈਆਂ ਗਈਆਂ ਨੇ। ਸੋ ਇਸ ਤਰੀਕੇ ਦੀਆਂ ਪਾਬੰਦੀਆਂ ਲਾਈਆਂ ਗਈਆਂ ਨੇ, ਪਰ ਇੱਥੇ ਇਹ ਵੀ ਇੱਕ ਹੈਗੀ ਆ ਕਿ ਬਹੁਤਾ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ, ਕਿਉਂਕਿ ਨਾਲ ਜਿਹੜੇ ਅਮਰੀਕਾ ਨਾਲ ਬਾਰਡਰ ਲੱਗਦੇ ਨੇ। ਸੋ ਸਰਕਾਰ ਵੱਲੋਂ ਇਹ ਵੀ ਇੱਕ ਸੁਝਾਅ ਦਿੱਤਾ ਗਿਆ ਕਿ ਤੁਸੀਂ ਗਰੋਸਰੀ ਲੈਣ ਲਈ ਜਾਂ ਗੈਸ ਪਾਉਣ ਲਈ ਅੱਗੇ ਵੀ ਤੁਸੀਂ ਅਮਰੀਕਾ ਦਾ ਬਾਰਡਰ ਕ੍ਰਾਸ ਕਰਕੇ ਉੱਧਰ ਜਾ ਸਕਦੇ ਹੋ। ਹਾਲਾਂਕਿ ਸਪਲਾਈ ਚੇਨ ਵੀ ਉਧਰਲੇ ਪਾਸੋਂ ਜੇਕਰ ਇੱਧਰੋਂ ਕੋਈ ਹਾਈਵੇ ਟੁੱਟਿਆ, ਹਾਲਾਂਕਿ ਸ਼ੁਰੂਆਤ ਕਰ ਦਿੱਤੀ ਗਈ ਆ, ਟਰੱਕ ਆ ਰਹੇ ਨੇ, ਸਪਲਾਈ ਚੱਲ ਰਹੀ ਆ, ਪਰ ਅਮਰੀਕਾ ਦੇ ਰਸਤਿਆਂ ਵੀ ਜਿਹੜੀ ਸਪਲਾਈ ਆ ਉਹ ਜਾਰੀ ਰਹੇਗੀ। ਔਰ ਸਟੋਰਾਂ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਸਮਾਨ ਹੈ ਉਹ ਵਾਪਸ ਆ ਰਿਹਾ। ਔਰ ਗੈਸ ਦੀ ਕੁਝ ਥਾਵਾਂ ਤੇ ਸ਼ਾਰਟੇਜ ਜਿਹੜੀ ਆ ਜ਼ਰੂਰ ਆਈ ਸੀ, ਕੁਝ ਜਿਹੜੇ ਗੈਸ ਸਟੇਸ਼ਨ ਸੀ ਉੱਥੇ ਇਹ ਵੀ ਖਬਰ ਆਈ ਸੀ ਕਿ ਕੁਝ ਮੁੱਕ ਵੀ ਰਿਹਾ ਗੈਸ, ਔਰ ਜਿਸ ਤਰੀਕੇ ਨਾਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ। ਪਰ ਇਹ ਵੀ ਹੁਣ ਕੀਤਾ ਗਿਆ ਸਰਕਾਰ ਵੱਲੋਂ ਕਿ ਜੇਕਰ ਤੁਸੀਂ ਅਮਰੀਕਾ ਦਾ ਬਾਰਡਰ ਕ੍ਰਾਸ ਕਰਦੇ ਹੋ, ਕਿਉਂਕਿ ਅਮਰੀਕਾ ਨੇ ਹੁਣ ਕੈਨੇਡੀਅਨਸ ਲਈ ਬਾਰਡਰ ਜਿਹੜੇ ਖੋਲ੍ਹੇ ਹੋਏ ਨੇ 8 ਨਵੰਬਰ ਨੂੰ ਖੁੱਲ੍ਹ ਗਏ ਸੀਗੇ, ਤਾਂ ਜੇਕਰ ਤੁਸੀਂ ਗਰੋਸਰੀ ਲੈਣ ਲਈ ਜਾਂਦੇ ਹੋ, ਜੇਕਰ ਤੁਸੀਂ ਗੱਡੀ 'ਚ ਤੇਲ ਪਾਉਣ ਲਈ, ਗੈਸ ਪਾਉਣ ਲਈ ਜਾਂਦੇ ਹੋ, ਤਾਂ ਤੁਹਾਨੂੰ ਉੱਥੋਂ ਫਿਰ ਜਿਹੜਾ ਨੈਗੇਟਿਵ PCR ਟੈਸਟ ਆ ਉਹ ਜਿਹੜਾ ਉਦੋਂ ਤੁਹਾਨੂੰ ਛੋਟ ਮਿਲ ਜਾਂਦੀ ਹੈ ਜੇਕਰ ਤੁਸੀਂ ਐਸੈਂਸ਼ੀਅਲ ਟਰੈਵਲ ਇਸ ਤਰੀਕੇ ਨਾਲ ਜਾਂਦੇ ਹੋ। ਸੋ ਸਪਲਾਈ ਚੇਨ ਨੂੰ ਲੈ ਕੇ ਬਹੁਤ ਜ਼ਿਆਦਾ ਪੈਨਿਕ ਸੀਗੇ ਲੋਕ, ਪਰ ਸਰਕਾਰ ਵੱਲੋਂ ਜਿਹੜੀ ਉਹ ਦੱਸਿਆ ਜਾ ਰਿਹਾ ਕਿ ਪੈਨਿਕ ਹੋਣ ਦੀ ਜਿਹੜੀ ਕੋਈ ਲੋੜ ਨਹੀਂ, ਜਿੰਨੀ ਤੁਹਾਨੂੰ ਜ਼ਰੂਰਤ ਆ ਉਨਾ ਹੀ ਤੁਸੀਂ ਸਮਾਨ ਖਰੀਦੋ। ਜਦੋਂ ਲੋਕ ਪੈਨਿਕ ਹੁੰਦੇ ਆ, ਜਦੋਂ ਫਿਰ ਉਹ ਜ਼ਿਆਦਾ ਜਾ ਕੇ ਸਮਾਨ ਖਰੀਦ ਲੈਂਦੇ ਆ ਤਾਂ ਫਿਰ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੇ ਆ, ਤਾਂ ਉਦੋਂ ਫਿਰ ਇਸ ਤਰੀਕੇ ਦੇ ਹਾਲਾਤ ਬਣ ਜਾਂਦੇ ਆ। ਕਈ ਥਾਵਾਂ ਤੇ ਅਸੀਂ ਤਸਵੀਰਾਂ ਦੇਖੀਆਂ ਵੀ ਕਿ ਸ਼ੈਲਫਾਂ ਜਿਹੜੀਆਂ ਅਸੀਂ ਦੁੱਧ, ਦਹੀਂ, ਹੋਰ ਜਿਹੜੀਆਂ ਜੋ ਰੋਜ਼ਾਨਾ ਜਿਹੜੀਆਂ ਵਸਤਾਂ ਨੇ ਉਹ ਸ਼ੈਲਫਾਂ ਜਿਹੜੀਆਂ ਸਟੋਰਾਂ ਦੇ ਵਿੱਚ ਖਾਲੀ ਕਰਤੀਆਂ ਗਈਆਂ ਸੀ, ਉਦੋਂ ਫਿਰ ਪੈਨਿਕ ਵਾਲਾ ਮਾਹੌਲ ਕ੍ਰੀਏਟ ਹੋ ਜਾਂਦਾ। ਸੋ ਸਰਕਾਰ ਵੱਲੋਂ ਇਹ ਜਿਹੜੀ ਆ ਭਰੋਸਾ ਦਿੱਤਾ ਗਿਆ ਕਿ ਸਪਲਾਈ ਚੇਨ ਜਿਹੜੀ ਉਹ ਨਹੀਂ ਟੁੱਟਣ ਦਿੱਤੀ ਜਾਵੇਗੀ। ਅਮਰੀਕਾ ਦੇ ਜ਼ਰੀਏ ਜਿਹੜਾ ਸਪਲਾਈ ਹੁੰਦੀ ਰਹੇਗੀ, ਤੁਸੀਂ ਵੀ ਜਾ ਕੇ ਅਮਰੀਕਾ ਤੋਂ ਗਰੋਸਰੀ ਕਰ ਸਕਦੇ ਹੋ। ਸੋ ਇਸ ਤਰੀਕੇ ਦੀਆਂ ਜਿਹੜੀਆਂ ਫੈਡਰਲ ਸਰਕਾਰ ਵੱਲੋਂ ਵੀ ਕੁਝ ਛੋਟਾਂ ਦਿੱਤੀਆਂ ਗਈਆਂ ਨੇ ਤੇ BC ਸਰਕਾਰ ਵੀ ਆਪਣੇ ਕੰਮ ਤੇ ਲੱਗੀ ਹੋਈ ਹੈ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਉਹ ਅਮਰੀਕਾ ਦੇ ਨਾਲ ਜੁੜੀ ਹੋਈ ਹੈ। ਕ੍ਰਿਸਮਸ ਪਰੇਡ ਦੇ ਵਿੱਚ ਇੱਕ ਹਾਦਸਾ ਵਾਪਰਿਆ ਜਿੱਥੇ ਗੱਡੀ ਵੱਲੋਂ 5 ਜਾਣਿਆਂ ਨੂੰ ਦਰੜਿਆ, ਮਤਲਬ ਕਾਫੀ ਜ਼ਿਆਦਾ ਜਾਣਿਆਂ ਨੂੰ ਦਰੜਿਆ ਗਿਆ ਹੈ, ਜਿਸ ਵਿੱਚ 5 ਜਾਣਿਆਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ। ਇਹ ਪੂਰਾ ਕੀ ਹੈ ਮਾਮਲਾ ਤੇ ਇਸ ਬਾਰੇ ਕੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਬੜੀ ਦਰਦਨਾਕ ਘਟਨਾ ਵਾਪਰੀ ਆ ਔਰ ਵਿਸਕੌਨਸਨ ਸੂਬੇ ਤੋਂ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਕ੍ਰਿਸਮਸ ਪਰੇਡ ਜਿਹੜੀ ਉਹ ਕੱਢੀ ਜਾ ਰਹੀ ਸੀ। ਇਸੇ ਦੌਰਾਨ ਇੱਕ ਵਿਅਕਤੀ ਜਿਹੜਾ ਸੀ ਆਪਣੀ SUV ਕਾਰ ਲੈ ਕੇ ਉਹ ਜਿਹੜਾ ਸੀ ਉੱਥੇ ਲਾਏ ਹੋਏ ਸੀ, ਜਿਨ੍ਹਾਂ ਰੋਕਾਂ ਲਾਈਆਂ ਹੋਈਆਂ ਸੀ, ਉਹਨਾਂ ਰੋਕਾਂ ਨੂੰ ਤੋੜਦਿਆਂ ਹੋਇਆ, ਜਿਹੜੇ ਬੈਰੀਕੇਡ ਲਾਏ ਹੋਏ ਸੀਗੇ ਉਹ ਤੋੜਦਿਆਂ ਹੋਇਆ ਇਸ ਪਰੇਡ ਦੇ ਵਿੱਚ ਆਪਦੀ ਕਾਰ ਲੈ ਕੇ ਜਾ ਵੜਿਆ। ਹਾਲਾਂਕਿ ਉਸ ਵਕਤ ਜਦੋਂ ਦੇਖਿਆ ਉੱਥੇ ਸੁਰੱਖਿਆ ਕਰਮੀ ਜਿਹੜੇ ਪੁਲਿਸ ਵਾਲੇ ਮੌਜੂਦ ਸੀ ਕਿ ਇਸ ਮਨਸ਼ਾ ਦੇ ਨਾਲ ਜਿਹੜਾ ਵਾ ਲੋਕਾਂ ਉੱਤੇ ਕਾਰ ਚੜਾਉਣ ਦੀ ਮਨਸ਼ਾ ਨੂੰ ਲੈ ਕੇ ਜਿਹੜਾ ਵਾ ਅੱਗੇ ਵਧ ਰਿਹਾ, ਤਾਂ ਉਹਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ
ਉਹਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਵੀ ਕੀਤੀ ਗਈ, ਜਿਹੜੀ ਉੱਥੇ ਮਲਵਾਕੀ ਕਾਉਂਟੀ ਦੇ ਜਿਹੜੇ ਮੁਲਾਜ਼ਮ ਜਿਹੜੇ ਉਹ ਸ਼ਾਮਲ ਸੀਗੇ, ਪਰ ਉਹ ਨਹੀਂ ਰੁਕਿਆ ਔਰ ਉਹਨੇ ਖਾਸ ਕਰਕੇ ਉੱਥੇ ਇੱਕ ਜਿਹੜਾ ਬੈਂਡ ਜਿਹੜਾ ਅੱਗੇ ਵੱਧ ਰਿਹਾ ਸੀਗਾ, ਉਸ ਬੈਂਡ ਦੇ ਕੁਝ ਲੋਕਾਂ ਉੱਤੇ ਕਾਰ ਚੜਾਈ ਔਰ ਉਹਨਾਂ ਨੂੰ ਦੜਦਾ ਹੋਇਆ ਉੱਥੋਂ ਅੱਗੇ ਨਿਕਲ ਗਿਆ, ਜਿਹਦੇ ਵਿੱਚ ਹੁਣ ਤੱਕ ਜੋ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ 5 ਲੋਕਾਂ ਦੀ ਮੌਤ ਜਿਹੜੀ ਆ ਹੋ ਚੁੱਕੀ ਆ, 48 ਜਿਹੜੇ ਲੋਕ ਆ ਉਹ ਜ਼ਖਮੀ ਹੋਏ ਨੇ, ਜਿਹਨੂੰ ਹਸਪਤਾਲ ਪਹੁੰਚਾਇਆ ਗਿਆ ਔਰ ਕਾਫੀ ਦਰਦਨਾਕ ਘਟਨਾ ਇਸ ਨੇ ਰੂਪ ਲੈ ਲਿਆ। ਔਰ ਇਸ ਘਟਨਾ ਵਿੱਚ ਜਿਹੜਾ ਵਿਅਕਤੀ ਸ਼ਾਮਲ ਆ ਉਹਦੀ ਉਮਰ ਜਿਹੜੀ ਆ 39 ਸਾਲ ਦੱਸੀ ਜਾ ਰਹੀ ਆ, ਉਹਦਾ ਵਹੀਕਲ ਵੀ ਰਿਕਵਰ ਕਰ ਲਿਆ ਗਿਆ ਉੱਥੋਂ ਲੱਗਿਆ ਹੀ। ਔਰ ਉਹ ਵਿਅਕਤੀ ਬਾਰੇ ਇਹ ਦੱਸਿਆ ਜਾ ਰਿਹਾ ਕਿ ਇਸੇ ਮਹੀਨੇ ਦੀ 11 ਨਵੰਬਰ ਨੂੰ ਜਿਹੜਾ ਵਾ ਉਹ ਜ਼ਮਾਨਤ ਤੇ ਬਾਹਰ ਆਇਆ ਸੀ, $1000 ਦੇ ਮਜ਼ਵਾਨੇ ਉੱਤੇ ਜਿਹੜੀ ਸੀ ਉਹਨੂੰ ਜਿਹੜੀ ਆ ਜ਼ਮਾਨਤ ਦਿੱਤੀ ਗਈ ਸੀ ਔਰ ਜ਼ਮਾਨਤ ਤੇ ਆਉਣ ਤੋਂ ਬਾਅਦ ਉਹਨੇ ਇਸ ਘਟਨਾ ਨੂੰ ਅੰਜਾਮ ਜਿਹੜਾ ਦਿੱਤਾ। ਡੈਰਲ ਬਰੂਕਸ ਜਿਹੜਾ ਉਸ ਵਿਅਕਤੀ ਦਾ ਨਾਮ ਦੱਸਿਆ ਜਾ ਰਿਹਾ, ਜਿਹਦੇ ਤੇ ਪਹਿਲਾਂ ਵੀ ਡੋਮੈਸਟਿਕ ਅਬਿਊਜ਼ ਤੇ ਕੁਝ ਹੋਰ ਇੱਕ ਦੋ ਜਿਹੜੇ ਚਾਰਜ ਉਹ ਲੱਗੇ ਸੀ, ਉਹਨਾਂ ਮਾਮਲਿਆਂ ਵਿੱਚ ਉਹ ਜੇਲ੍ਹ 'ਚ ਸੀ ਔਰ ਜ਼ਮਾਨਤ ਤੇ ਬਾਹਰ ਆ ਕੇ ਉਸ ਤੋਂ ਬਾਅਦ ਇਸ ਖਤਰਨਾਕ ਘਟਨਾ ਨੂੰ ਉਹਨੇ ਅੰਜਾਮ ਦਿੱਤਾ ਆ। ਸੋ ਬਹੁਤ ਦੁਖਦਾਇਕ ਘਟਨਾ ਵਾਪਰੀ ਇਹ ਕ੍ਰਿਸਮਸ ਦੀ ਪਰੇਡ ਉੱਤੇ ਜਿਹੜੀ ਗੱਡੀ ਚੜਾਈ ਗਈ ਆ ਔਰ 5 ਲੋਕਾਂ ਦੀ ਮੌਤ ਹੋਈ ਆ ਤੇ ਹੁਣ ਤੱਕ ਦੀ ਰਿਪੋਰਟ ਮੁਤਾਬਕ 48 ਲੋਕ ਜਿਹੜੇ ਜ਼ਖਮੀ ਹੋਏ ਆ, ਜਿਸ 'ਚ ਬੱਚੇ ਵੀ ਸ਼ਾਮਲ ਨੇ। ਜੀ ਮਨਦੀਪ ਜੀ, ਵਾਪਸ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ। ਫੈਡਰਲ ਚੋਣਾਂ 20 ਸਤੰਬਰ ਨੂੰ ਹੋਈਆਂ ਤੇ ਉਸ ਤੋਂ ਬਾਅਦ ਹੁਣ ਅੱਜ ਪਾਰਲੀਮੈਂਟ ਦੀ ਮੁੜ ਤੋਂ ਸ਼ੁਰੂਆਤ ਹੋਈ ਹੈ। ਹੁਣ ਪਹਿਲ ਦੇ ਆਧਾਰ ਦੇ ਉੱਪਰ ਕਿਹੜੀਆਂ ਜਿਹੜੇ ਮੁੱਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਚੁੱਕੇ ਜਾਣਗੇ ਤੇ ਅੱਜ ਕਿਸ ਤਰ੍ਹਾਂ ਦੀ ਕਾਰਵਾਈ ਰਹਿ ਸਕਦੀ ਹੈ? ਬਿਲਕੁਲ ਜੀ, ਸਤੰਬਰ ਦੇ ਵਿੱਚ ਚੋਣਾਂ ਹੋਈਆਂ ਸੀ ਤਾਂ ਉਸ ਤੋਂ ਬਾਅਦ ਬਹੁਤ ਲੰਬਾ ਸਮਾਂ ਲਿਆ ਕੈਬਨਿਟ ਬਣਾਉਣ ਲਈ। ਅਕਤੂਬਰ ਦੇ ਅਖੀਰ ਦੇ ਵਿੱਚ ਜਿਹੜੀ ਉਹ ਕੈਬਨਿਟ ਜਿਹੜੀ ਸੀ ਉਹ ਬਣਾਈ ਗਈ ਤੇ ਉਸ ਤੋਂ ਬਾਅਦ ਹੁਣ ਨਵੰਬਰ ਦੇ ਜਿਹੜੇ ਅਖੀਰਲੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਦਿਨ ਚੱਲਦੇ ਹਫਤੇ, ਉਹਦੇ ਵਿੱਚ ਜਿਹੜਾ ਵਾ ਹੁਣ ਇਹ ਪਾਰਲੀਮੈਂਟ ਕਾਲ ਕੀਤੀ ਗਈ ਆ। ਹਾਲਾਂਕਿ ਵਿਰੋਧੀ ਧਿਰਾਂ ਵੱਲੋਂ ਤਾਂ ਬਹੁਤ ਪਹਿਲਾਂ ਦੀ ਜਿਹੜੀ ਉਹ ਮੰਗ ਕੀਤੀ ਜਾ ਰਹੀ ਆ ਕਿ ਜਿਸ ਤਰੀਕੇ ਦੇ ਹਾਲਾਤ ਚੱਲ ਰਹੇ ਨੇ ਕੈਨੇਡਾ ਦੇ ਵਿੱਚ, ਕੋਵਿਡ ਦੇ ਹਾਲਾਤ ਚੱਲ ਰਹੇ ਨੇ ਔਰ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਜਿਹੜੀ ਹੈ ਪਾਰਲੀਮੈਂਟ ਬੁਲਾਉਣੀ ਚਾਹੀਦੀ ਆ ਤੇ ਪਹਿਲਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਨੀ ਚਾਹੀਦੀ ਆ। ਪਰ ਅੱਜ ਜਿਹੜੀ ਸੀ ਪਾਰਲੀਮੈਂਟ ਸ਼ੁਰੂ ਕੀਤੀ ਗਈ, ਜਿਹਦੇ ਵਿੱਚ ਜਗਮੀਤ ਸਿੰਘ ਨੇ ਵੀ ਕਈ ਮੁੱਦੇ ਉਠਾਏ, ਜਿਹਦੇ ਵਿੱਚ ਕੰਜ਼ਰਵੇਟਿਵ ਦੇ ਜਿਹੜੇ ਕੁਝ MP ਸੀਗੇ ਉਹਨਾਂ ਨੂੰ ਵੈਕਸੀਨੇਸ਼ਨ ਦੇ ਮੁੱਦੇ ਉੱਤੇ ਘੇਰਿਆ ਗਿਆ। ਔਰ ਕੁੱਲ ਮਿਲਾ ਕੇ ਜੇਕਰ ਅਸੀਂ ਦੇਖੀਏ ਤਾਂ ਹੋ ਕੀ ਸਕਦਾ ਇਹਦੇ ਵਿੱਚ, ਇੱਕ ਤਾਂ ਇਹ ਆ ਕਿ ਪੇਡ ਸਿਕ ਲੀਵ ਬਾਰੇ ਜਿਹੜੀ ਉਹ ਕੁਝ ਨਾ ਕੁਝ ਫੈਸਲਾ ਹੋ ਸਕਦਾ ਆ। ਜਿਹੜੇ ਹਾਊਸ ਲੀਡਰ ਨੇ ਉਹਨਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘੱਟੋ ਘੱਟ 10 ਦਿਨ ਦੀ ਜਿਹੜੀ ਪੇਡ ਸਿਕ ਲੀਵ ਆ ਉਹਦੇ ਉੱਤੇ ਵਿਚਾਰ ਹੋ ਸਕਦਾ, ਉਹਦੇ ਸੰਬੰਧੀ ਕੋਈ ਬਿੱਲ ਜਿਹੜਾ ਆ ਉਹ ਪਾਸ ਹੋ ਸਕਦਾ ਆ। ਔਰ ਇਹਦੇ ਨਾਲ ਨਾਲ ਜਿਹੜਾ ਵਾ ਕੁਝ ਹੋਰ ਜਿਹੜੀਆਂ ਰਿਆਇਤਾਂ ਦੇਣ ਦੀ ਗੱਲ ਕੀਤੀ ਜਾ ਸਕਦੀ ਆ। ਜਗਮੀਤ ਸਿੰਘ ਵੱਲੋਂ ਜਿਹੜਾ ਸੀ ਉਹ ਮੰਗ ਕੀਤੀ ਗਈ ਹੈ, ਕਿਉਂਕਿ ਜਗਮੀਤ ਸਿੰਘ ਜਿਹੜੇ ਆ ਇਸ ਸੈਸ਼ਨ ਉੱਤੇ ਕਾਫੀ ਪ੍ਰਭਾਵ ਪਾਉਣਗੇ, ਕਿਉਂਕਿ ਉਹਨਾਂ ਦੀ ਮਦਦ ਨਾਲ ਜਿਹੜੀ ਹੈ ਸਰਕਾਰ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ। ਔਰ ਪੇਡ ਸਿਕ ਲੀਵ ਦਾ ਮੁੱਦਾ ਜਿਹੜਾ ਵਾ ਇਹ ਜਗਮੀਤ ਸਿੰਘ ਉਹਨਾਂ ਦੇ ਏਜੰਡੇ ਵਿੱਚ ਵੀ ਸ਼ਾਮਲ ਆ। ਇਸ ਤੋਂ ਇਲਾਵਾ ਜਗਮੀਤ ਸਿੰਘ ਉਹਨਾਂ ਵੱਲੋਂ ਮੰਗ ਇਹ ਕੀਤੀ ਗਈ ਆ ਕਿ BC ਵਿੱਚ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਉਹਦੇ ਉੱਤੇ ਜਿਹੜੀ ਇੱਕ ਐਮਰਜੈਂਸੀ ਡਿਬੇਟ ਜਿਹੜੀ ਉਹ ਬੁਲਾਉਣੀ ਚਾਹੀਦੀ ਆ। ਔਰ ਜੋ ਹਾਲਾਤ ਬਣੇ ਨੇ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਲੈ ਕੇ ਉਸ ਨਜ਼ਰੀਏ ਉੱਤੇ ਇਸ ਜਿਹੜਾ ਵਾ ਮੁੱਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਆ। ਉਹ ਕਹਿੰਦੇ ਵੀ ਕੁਝ ਹੋਰ ਸਪੈਂਡਿੰਗ ਜਿਹੜੀ ਹੈ ਇਸ ਪਾਸੇ ਕਰਨੀ ਚਾਹੀਦੀ ਹੈ, ਜਿਹੜੇ ਲੋਕ ਪ੍ਰਭਾਵਿਤ ਆ ਉਹਨਾਂ ਦੀ ਹੋਰ ਮਦਦ ਕਰਨੀ ਚਾਹੀਦੀ ਆ ਔਰ ਅੱਗੇ ਤੋਂ ਇਹਨਾਂ ਹਾਲਾਤਾਂ ਨਾਲ ਕਿਵੇਂ ਨਜਿੱਠਣਾ ਉੱਤੇ ਗੱਲਬਾਤ ਕਰਨੀ ਚਾਹੀਦੀ ਆ। ਸੋ ਇਸ ਤਰੀਕੇ ਦੇ ਨਾਲ ਕੁਝ ਵੱਡੇ ਜਿਹੜੇ ਕ੍ਰਿਸਮਸ ਤੋਂ ਪਹਿਲਾਂ ਜਿਹੜੇ ਉਹ ਜਿੰਨਾ ਚਿਰ ਵੀ ਇਹ ਪਾਰਲੀਮੈਂਟ ਸੈਸ਼ਨ ਚੱਲੇਗਾ, ਕੁਝ ਵੱਡੇ ਮੁੱਦਿਆਂ ਉੱਤੇ ਜਿਹੜੀ ਆ VOTING ਵੀ ਹੋ ਸਕਦੀ ਆ। ਜੋ ਪੇਡ ਸਿਕ ਲੀਵ, ਜਿਸ ਤਰੀਕੇ ਨਾਲ ਮੈਂ ਦੱਸਿਆ ਕਿ 10 ਦਿਨ ਦੀ ਪੇਡ ਸਿਕ ਲੀਵ ਦੀ ਚਰਚਾ ਹੋ ਰਹੀ ਆ, ਸੋ ਇਹਦੇ ਉੱਤੇ ਵੀ ਹੋ ਸਕਦਾ ਕਿ ਸਹਿਮਤੀ ਬਣ ਗਈ ਹੋਵੇ। ਬਾਕੀ ਦੇਖਦੇ ਆ, ਬੜਾ ਦਿਲਚਸਪ ਜਿਹੜਾ ਉਹ ਇਹ ਰਹਿਣ ਵਾਲਾ ਆ ਪੂਰਾ ਸੈਸ਼ਨ। ਔਰ ਜਗਮੀਤ ਸਿੰਘ ਹੁਣਾਂ ਨੇ ਵੀ ਐਲਾਨ ਕਰ ਦਿੱਤਾ, ਅੱਜ ਪਹਿਲਾਂ ਪੱਤਰਕਾਰਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਹਿੰਦੇ ਵੀ ਅਸੀਂ ਲੋਕਾਂ ਲਈ ਲੜਦੇ ਰਹਾਂਗੇ ਔਰ ਇਸ ਤਰੀਕੇ ਨਾਲ ਜਿਹੜੀ ਆ। ਔਰ 5th ਵੇਵ ਦੀ ਗੱਲ ਕੀਤੀ ਹੈ, ਕਹਿੰਦੇ ਜਿਸ ਤਰੀਕੇ ਨਾਲ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਨੇ, 5ਵੀਂ ਵੇਵ ਦਾ ਕਹਿੰਦੇ ਖਤਰਾ ਹੈਗਾ ਕੈਨੇਡਾ ਦੇ ਵਿੱਚ ਤੇ ਹੁਣ ਸਭ ਤੋਂ ਵੱਧ ਲੋੜ ਹੈ ਲੋਕਾਂ ਨੂੰ। ਕਹਿੰਦੇ ਵੀ ਸਰਕਾਰ ਜਿਹੜੀ ਸਹਾਇਤਾ ਬੰਦ ਕੀਤੀ ਆ ਉਹਦੀ ਹੁਣ ਜਿਹੜੀ ਆ ਕਹਿੰਦੇ ਜ਼ਿਆਦਾ ਲੋੜ ਆ। ਸੋ ਦੇਖਦੇ ਆ ਜਗਮੀਤ ਸਿੰਘ ਕਿਸ ਤਰੀਕੇ ਨਾਲ ਦਬਾਅ ਬਣਾਉਂਦੇ ਆ, ਕਿਸ ਤਰੀਕੇ ਨਾਲ ਦੁਬਾਰਾ ਇਹ ਮਦਦ ਜਿਹੜੀ ਸ਼ੁਰੂ ਕਰਵਾਈ ਜਾਂਦੀ। ਹਾਲਾਂਕਿ ਉਹਨੂੰ ਬਦਲਵੇਂ ਰੂਪ ਦੇ ਵਿੱਚ ਜਾਰੀ ਰੱਖਣ ਦਾ ਫੈਸਲਾ ਜਿਹੜਾ ਵਾ ਉਹ ਜ਼ਰੂਰ ਕੀਤਾ ਗਿਆ, ਵਾਅਦਾ ਕੀਤਾ ਗਿਆ ਜਸਟਿਨ ਟਰੂਡੋ ਸਰਕਾਰ ਵੱਲੋਂ। ਪਰ ਦੇਖਦੇ ਆ ਕਿ ਹੁਣ ਇਸ ਸੈਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਇਸ ਮੁੱਦੇ ਦੀ ਚਰਚਾ ਹੁੰਦੀ ਆ। ਪਰ ਇੰਨਾ ਜ਼ਰੂਰ ਹੈ ਕਿ ਘੱਟੋ ਘੱਟ ਪੇਡ ਜਿਹੜੀ ਸਿਕ ਲੀਵ ਆ ਉਸ ਮੁੱਦੇ ਉੱਤੇ ਜ਼ਰੂਰ ਫੈਸਲਾ ਹੋ ਜਾਵੇਗਾ।
ਜੀ ਮਨਦੀਪ ਜੀ, ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ 'ਚ ਕਿੰਨੇ ਘਰ ਇਸ ਸਮੇਂ ਖਾਲੀ ਪਏ ਨੇ। ਸੋ ਇਸ ਰਿਪੋਰਟ ਦੇ ਵਿੱਚ ਕੈਨੇਡਾ ਬਾਰੇ ਕੀ ਜਾਣਕਾਰੀ ਨਿਕਲ ਕੇ ਆਈ ਹੈ, ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ। ਬਿਲਕੁਲ ਜੀ, ਰੀਅਲ ਸਟੇਟ ਦਾ ਜਿਹੜਾ ਇਸ ਵਕਤ ਜੋ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਹਾਊਸ ਅਫੋਰਡੇਬਿਲਟੀ ਦਾ ਜਿਹੜਾ ਮੁੱਦਾ ਆ ਉਹ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਸੀਗਾ। ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੋ ਸਕਦੀ ਆ ਔਰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਆ ਇੱਕ ਰਿਪੋਰਟ ਸਾਹਮਣੇ ਆ ਗਈ ਆ ਕਿ ਕੈਨੇਡਾ ਦੇ ਵਿੱਚ 13 ਲੱਖ ਤੋਂ ਵੱਧ ਜਿਹੜੇ ਘਰ ਨੇ ਇਸ ਵਕਤ ਖਾਲੀ ਪਏ ਨੇ, ਜਦਕਿ ਇਸ ਵਕਤ ਘਰਾਂ ਦੀ ਸ਼ਾਰਟੇਜ ਜਿਹੜੀ ਆ ਉਹ ਆ ਰਹੀ ਆ। ਰੈਂਟ ਉੱਤੇ ਜਿਹੜੇ ਥਾਵਾਂ ਨੇ ਉਹ ਨਹੀਂ ਮਿਲ ਰਹੀਆਂ ਲੋਕਾਂ ਨੂੰ, ਰੈਂਟ ਲਗਾਤਾਰ ਵੱਧ ਰਹੇ ਨੇ ਔਰ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਬੜੀ ਵਾਰ ਚਰਚਾ ਹੁੰਦੀ ਹੈ, ਕਈ ਵਾਰ ਕਦਮ ਵੀ ਚੁੱਕੇ ਗਏ ਨੇ ਜਿਹੜੇ ਖਾਲੀ ਘਰ ਪਏ ਨੇ, ਕਿਉਂਕਿ ਕੈਨੇਡਾ ਦੇ ਵਿੱਚ ਘਰਾਂ ਨੂੰ ਸਿਰਫ ਇੱਕ ਰਹਿਣ ਦੀ ਥਾਂ ਵਜੋਂ ਨਹੀਂ, ਇੱਕ ਇਨਵੈਸਟਮੈਂਟ ਵਜੋਂ ਵੀ ਦੇਖਿਆ ਜਾਂਦਾ ਹੈ, ਇੱਕ ਵਪਾਰ ਵਜੋਂ ਵੀ। ਔਰ ਕਈ ਲੋਕ ਜਿਹੜੇ ਉਹ ਕਈ ਘਰ ਲੈ ਕੇ ਛੱਡ ਲੈਂਦੇ ਆ ਮਾਰਕੀਟ ਦੇ ਵਿੱਚ, ਫਿਰ ਉਡੀਕ ਕਰਦੇ ਆ ਕਿ ਕਦੋਂ ਉਹਨਾਂ ਦੇ ਰੇਟ ਵਧਣਗੇ ਤੇ ਕਦੋਂ ਫਿਰ ਉਹ ਇਹਨਾਂ ਘਰਾਂ ਨੂੰ ਜਿਹੜਾ ਦੁਬਾਰਾ ਵੇਚਣਗੇ ਤੇ ਆਪਣੇ ਜਿਹੜੇ ਆ ਪੈਸੇ ਉਹ ਬਣਾਉਣਗੇ। ਔਰ ਕਈ ਵਾਰ ਜਿਹੜੇ ਆ ਉਹਨਾਂ ਵੱਲੋਂ ਇਹ ਘਰ ਰੈਂਟ ਉੱਤੇ ਵੀ ਨਹੀਂ ਦਿੱਤੇ ਜਾਂਦੇ ਤਾਂ ਕਿ ਜਿਹੜੀ ਆ ਘਰ ਦੀ ਜਿਹੜੀ ਪ੍ਰੋਪਰਟੀ ਆ ਉਹ ਕਿਸੇ ਤਰੀਕੇ ਨਾਲ ਘਟੇ ਨਾ, ਨੁਕਸਾਨ ਨਾ ਹੋਵੇ। ਔਰ ਇੱਕ ਹੋਰ ਵੀ ਹੁੰਦਾ ਆ ਕਿ ਬਹੁਤ ਸਾਰੇ ਵਿਦੇਸ਼ੀ ਲੋਕਾਂ ਨੇ ਕੈਨੇਡਾ ਦੇ ਵਿੱਚ ਘਰ ਲੈ ਕੇ ਜਿਹੜੇ ਉਹ ਛੱਡੇ ਹੋਏ ਨੇ, ਫਿਰ ਜਦੋਂ ਛੁੱਟੀਆਂ ਮਨਾਉਣ ਲਈ ਆਉਂਦੇ ਨੇ ਉਦੋਂ ਫਿਰ ਉਹ ਉੱਥੇ ਰਹਿੰਦੇ ਨੇ ਤਾਂ ਵਾਪਸ ਮੁੜ ਜਾਂਦੇ ਨੇ ਤੇ ਉਹ ਵੀ ਕਿਸੇ ਨੂੰ ਘਰ ਰੈਂਟ ਤੇ ਨਹੀਂ ਦਿੰਦੇ। BC ਸਰਕਾਰ ਵੱਲੋਂ ਇੱਕ ਟੈਕਸ ਦੀ ਸ਼ੁਰੂਆਤ ਕੀਤੀ ਗਈ ਸੀ ਕਿ ਜਿਹੜੇ ਘਰ ਖਾਲੀ ਪਏ ਨੇ ਉਹਨਾਂ ਘਰਾਂ ਉੱਤੇ ਜਿਹੜਾ ਵਾ ਇੱਕ ਵੱਖਰਾ ਟੈਕਸ ਜਿਹੜਾ ਉਹ ਲਾਇਆ ਗਿਆ ਸੀ ਔਰ ਜੇਕਰ ਤੁਸੀਂ ਉਹ ਘਰ ਰੈਂਟ ਉੱਤੇ ਦਿੰਦੇ ਹੋ ਤਾਂ ਫਿਰ ਤੁਹਾਨੂੰ ਟੈਕਸ ਨਹੀਂ ਦੇਣਾ ਪਵੇਗਾ। ਇਹ ਇਸੇ ਕਰਕੇ ਸੀ ਕਿ ਜਿਹੜੇ ਵੱਧ ਤੋਂ ਵੱਧ ਘਰ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਰਹਿਣ ਦਾ ਮੌਕਾ ਮਿਲੇ, ਜਿਹੜੀ ਸ਼ਾਰਟੇਜ ਆ ਰਹੀ ਆ। ਸੋ ਇਹ ਇੱਕ ਰਿਪੋਰਟ ਜਿਹੜੀ ਹੁਣ ਸਾਹਮਣੇ ਆਈ ਹੈ ਕਿ 13 ਲੱਖ ਤੋਂ ਵੱਧ ਜਿਹੜੇ ਘਰ ਨੇ ਉਹ ਜਿਹੜੇ ਖਾਲੀ ਪਏ ਨੇ। ਸੋ ਇਹ ਵੀ ਇੱਕ ਮੈਨੂੰ ਲੱਗਦਾ ਕਿ ਚਰਚਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਬਣੇਗੀ ਔਰ ਜਿਹੜੀ ਸ਼ਾਰਟੇਜ ਇਸ ਵਕਤ ਆ ਰਹੀ ਆ ਔਰ ਇਹਨਾਂ ਘਰਾਂ ਦੇ ਵਿੱਚ ਜਿਹੜੇ ਆ ਉਹ ਲੋਕ ਹੋਰ ਰਹਿਣ, ਬਹੁਤ ਸਾਰੀ ਡਿਮਾਂਡ ਜਿਹੜੀ ਲੋਕਾਂ ਦੀ ਪੂਰੀ ਹੋ ਸਕਦੀ ਆ, ਜਿਹੜੀ ਘਰਾਂ ਦੀ ਲੋੜ ਆ ਪੂਰੀ ਹੋ ਸਕਦੀ ਹੈ ਕਿ ਜੇਕਰ ਇਹ ਖਾਲੀ ਘਰ ਜਿਹੜੇ ਭਰ ਦਿੱਤੇ ਜਾਣ। ਸੋ ਹੋ ਸਕਦਾ ਕਿ ਇਸ ਮੁੱਦੇ ਉੱਤੇ ਕੋਈ ਨਾ ਕੋਈ ਬਿੱਲ ਲਿਆਉਣ ਜਾਂ ਕੋਈ ਨਵਾਂ ਟੈਕਸ ਜਿਸ ਤਰੀਕੇ ਨਾਲ BC ਸਰਕਾਰ ਨੇ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉੱਦਾਂ ਦਾ ਕੁਝ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਸਕਦੀ ਆ ਜਾਂ ਇਹ ਮੁੱਦਾ ਉਠਾਉਣ ਦੀ ਵਿਰੋਧੀ ਧਿਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ। ਸਰਕਾਰ ਇਸ ਮੁੱਦੇ ਉੱਤੇ ਕੋਈ ਫੈਸਲਾ ਲੈਂਦੀ ਆ ਨਹੀਂ ਲੈਂਦੀ ਬਾਅਦ ਦੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਕਿ ਜਿਸ ਮੌਕੇ ਉੱਤੇ ਰਿਪੋਰਟ ਸਾਹਮਣੇ ਆਈ ਆ ਹੋ ਸਕਦਾ ਕਿ ਇਹ ਮੁੱਦਾ ਵੀ ਸਾਨੂੰ ਪਾਰਲੀਮੈਂਟ ਵਿੱਚ ਜਿਹੜਾ ਉਹ ਗੂੰਜਦਾ ਮਿਲੇ। ਜੀ ਮਨਦੀਪ ਜੀ, 에ਅਰ ਕੈਨੇਡਾ ਬਾਰੇ ਇੱਕ ਖਬਰ ਸਾਹਮਣੇ ਆਈ ਹੈ ਜੋ ਕਿ ਰਿਫੰਡਿੰਗ ਦੇ ਨਾਲ ਜੁੜੀ ਹੋਈ ਹੈ। ਸੋ 에ਅਰ ਕੈਨੇਡਾ ਵੱਲੋਂ ਕਿਹਨਾਂ ਨੂੰ ਕਿੰਨਾ ਜਿਹੜਾ ਰਿਫੰਡ ਹੈ ਉਹ ਦਿੱਤਾ ਜਾਵੇਗਾ? ਬਿਲਕੁਲ ਜੀ, ਇਹ ਅਮਰੀਕਾ ਨਾਲ ਜੁੜੀ ਹੋਈ ਖਬਰ ਹੈ ਔਰ ਖਾਸ ਕਰਕੇ ਜਿਹੜੇ ਅਮਰੀਕਾ ਤੋਂ ਕਸਟਮਰ ਨੇ ਜਿਨ੍ਹਾਂ ਨੇ ਟਿਕਟਾਂ ਲਈਆਂ ਸੀਗੀਆਂ ਔਰ ਕੋਵਿਡ ਦੇ ਕਰਕੇ ਪ੍ਰਭਾਵਿਤ ਹੋਈਆਂ, ਉਹਨਾਂ ਲਈ ਇਹ ਖਬਰ ਹੈ ਕਿ 에ਅਰ ਕੈਨੇਡਾ ਵੱਲੋਂ ਇੱਕ ਐਗਰੀਮੈਂਟ ਕੀਤਾ ਗਿਆ, ਜਿਹੜਾ US ਦਾ ਜਿਹੜਾ ਡਿਪਾਰਟਮੈਂਟ ਆ ਉਹਨੂੰ ਜਿਹੜਾ ਵਾ 4.5 ਮਿਲੀਅਨ ਜਿਹੜਾ ਡਾਲਰ ਆ ਉਹ ਦਿੱਤਾ ਜਾਵੇਗਾ ਔਰ ਜੋ ਕਿ ਰਿਬੇਟ ਜਿਹੜਾ ਵਾ ਉਹ ਕਸਟਮਰਸ ਨੂੰ ਦਿੱਤਾ ਜਾਵੇਗਾ। ਹਾਲਾਂਕਿ ਜਿਹੜੇ ਹੋਰ ਦੁਨੀਆ ਭਰ ਤੋਂ ਜਿਹੜੇ ਲੋਕ ਹੈਗੇ ਨੇ ਉਹ ਵੀ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਸੀ ਵੀ ਉਹਨਾਂ ਨੂੰ ਵੀ ਜਿਹੜਾ ਵਾ ਰਿਫੰਡ ਕੀਤਾ ਜਾਵੇ ਜਾਂ ਕੁਝ ਇਸ ਤਰੀਕੇ ਦਾ, ਪਰ ਉਹਦੇ ਲਈ ਵੀ ਕੁਝ ਥੋੜੇ ਬਹੁਤੇ ਐਲਾਨ ਜ਼ਰੂਰ ਕੀਤੇ ਸੀ, ਕੁਝ ਵਾਅਦੇ ਵੀ ਕੀਤੇ ਸੀ, ਕੁਝ ਇਹ ਵੀ ਸੀ ਕਿ ਕੁਝ ਕ੍ਰੈਡਿਟ ਦਿੱਤਾ ਜਾ ਰਿਹਾ ਸੀ ਔਰ ਜਿਹੜੀਆਂ ਖਾਸ ਕਰਕੇ ਟਿਕਟਾਂ ਕੈਂਸਲ ਹੋਈਆਂ, ਲੋਕ ਸਫ਼ਰ ਨਹੀਂ ਕਰ ਸਕੇ, 2-2 ਸਾਲ ਦਾ ਜਾਂ ਕਿਸੇ ਨੂੰ ਇਸ ਤੋਂ ਵੱਧ ਦਾ ਵੀ ਜਿਹੜਾ ਸੀ ਉਹ ਦਿੱਤਾ ਗਿਆ ਕ੍ਰੈਡਿਟ ਕਿ ਤੁਸੀਂ ਜਦੋਂ ਵੀ ਵਰਤ ਸਕਦੇ ਹੋ ਆਪਣੇ ਇਸ ਕ੍ਰੈਡਿਟ ਨੂੰ। ਸੋ ਇਹ US ਨਾਲ ਸੰਬੰਧਿਤ ਖਬਰ ਹੈ ਜਿਹਦੇ ਵਿੱਚ 에ਅਰ ਕੈਨੇਡਾ ਐਗਰੀ ਹੋਇਆ ਕਿ 4.5 ਮਿਲੀਅਨ ਡਾਲਰ ਦਾ ਜਿਹੜਾ ਰਿਬੇਟ ਹੈ ਉਹ ਦਿੱਤਾ ਜਾਵੇਗਾ। ਜੀ ਮਨਦੀਪ ਜੀ, ਬੱਚਿਆਂ ਨੇ ਕੋਵਿਡ-19 ਵੈਕਸੀਨ ਨੂੰ ਮਨਜ਼ੂਰ ਕਰ ਲਿਆ ਗਿਆ। 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਜਲਦ ਟੀਕਾ ਲਗਾਉਣ ਦੀ ਸ਼ੁਰੂਆਤ ਕੀਤੀ ਜਾਏਗੀ, ਪਰ ਸ਼ਿਪਮੈਂਟ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜੋ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਦਿੱਤੀ ਗਈ। ਸੋ ਇਸ ਬਾਰੇ ਕੀ ਅਪਡੇਟ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀਗੇ ਕਿ ਜਿਹੜੇ ਪਲਾਨ ਆ ਆਲਰੇਡੀ ਜਿਹੜੇ ਸੂਬੇ ਉਹ ਤਿਆਰ ਕਰਕੇ ਬੈਠੇ ਆ। BC ਵੱਲੋਂ ਜਿਹੜਾ ਵਾ ਉਹ ਇਸ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਨੂੰ ਜਿਹੜੀ ਵੈਕਸੀਨ ਆ ਉਹ ਕਹਿੰਦੇ ਵੀ ਜਦੋਂ ਵੀ ਹੈਲਥ ਕੈਨੇਡਾ ਅਪਰੂਵਲ ਦਿੰਦਾ ਆ ਸਾਡੇ ਕੋਲ ਕਹਿੰਦੇ ਪਲਾਨ ਤਿਆਰ ਆ। ਰਜਿਸਟ੍ਰੇਸ਼ਨ ਵੀ ਉਦੋਂ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀਗੀ ਕਿ ਜਦੋਂ ਵੀ ਅਕਤੂਬਰ ਦੇ ਵਿੱਚ ਹੀ ਖਾਸ ਕਰਕੇ ਰਜਿਸਟ੍ਰੇਸ਼ਨ ਤਾਂ ਸ਼ੁਰੂ ਕਰ ਦਿੱਤੀ ਗਈ ਸੀ ਅਖੀਰ ਦਿਨਾਂ ਦੇ ਵਿੱਚ ਕਿ ਜਦੋਂ ਵੀ ਹੈਲਥ ਕੈਨੇਡਾ ਅਪਰੂਵ ਕਰਦਾ ਆ ਤਾਂ ਉਦੋਂ ਹੀ ਅਸੀਂ ਜਿਹੜਾ ਵਾ ਟੀਕੇ ਲਾਉਣੇ ਸ਼ੁਰੂ ਕਰ ਦਿਆਂਗੇ। ਇਹੀ ਪਲਾਨ ਜਿਹੜਾ ਵਾ ਕੁਝ ਇਸ ਤਰੀਕੇ ਨਾਲ ਅੰਟਾਰੀਓ ਵੱਲੋਂ ਵੀ ਸ਼ੁਰੂ ਕਰ ਲਿਆ ਗਿਆ ਸੀ। ਸੋ ਪਿਛਲੇ ਹਫਤੇ ਜਿਹੜਾ ਸੀ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਗਈ ਸੀ ਕਿ ਜਿਹੜੀ ਫਾਈਜ਼ਰ ਵੱਲੋਂ ਵੈਕਸੀਨ ਤਿਆਰ ਕੀਤੀ ਗਈ ਹੈ 5 ਸਾਲ ਤੋਂ ਲੈ ਕੇ 11 ਸਾਲ ਤੱਕ ਦੇ ਬੱਚਿਆਂ ਦੇ ਲਈ, ਉਹਨੂੰ ਜਿਹੜੀ ਆ ਅਪਰੂਵਲ ਦੇ ਦਿੱਤੀ ਗਈ ਸੀਗੀ। ਤੇ ਅਨੀਤਾ ਆਨੰਦ ਵੱਲੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ
ਕਿ 2.9 ਮਿਲੀਅਨ ਜਿਹੜੀਆਂ ਟੀਕੇ ਨੇ ਸਾਡੇ ਕੋਲ ਪਹੁੰਚ ਜਾਣਗੇ ਜਿਵੇਂ ਹੈਲਥ ਕੈਨੇਡਾ ਅਪਰੂਵ ਕਰਦਾ ਆ। ਸੋ ਉਹ ਜਿਹੜੀ ਹੁਣ ਸ਼ਿਪਮੈਂਟ ਆ ਉਹ ਪਹੁੰਚ ਚੁੱਕੀ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਤਸਵੀਰ ਸਾਂਝੀ ਕੀਤੀ ਗਈ, ਜਿਹੜੀ ਸ਼ਿਪਮੈਂਟ ਆਈ ਆ, ਜਿਹੜਾ ਜਹਾਜ਼ ਇਹ ਸ਼ਿਪਮੈਂਟ ਲੈ ਕੇ ਆਇਆ, ਔਰ ਉਹ ਦੱਸਿਆ ਉਹਨਾਂ ਵੱਲੋਂ ਕਿ ਸਾਡੇ ਕੋਲ 2.9 ਮਿਲੀਅਨ ਟੀਕੇ ਹੈਗੇ ਨੇ ਬੱਚਿਆਂ ਲਈ। ਔਰ ਉਹਨਾਂ ਨੇ ਅਪੀਲ ਕੀਤੀ ਮਾਪਿਆਂ ਨੂੰ ਵੀ ਕਿ ਉਹ ਵੱਧ ਤੋਂ ਵੱਧ ਜਿਹੜੇ ਆ ਆਪਣੇ ਬੱਚਿਆਂ ਨੂੰ ਸੇਫ ਕਰਨ ਲਈ ਕੋਵਿਡ-19 ਤੋਂ ਇਹ ਟੀਕੇ ਜਿਹੜੇ ਆ ਜ਼ਰੂਰ ਲਗਾਉਣ ਉਹਨਾਂ ਬੱਚਿਆਂ ਦੇ। ਔਰ ਉਹ ਕਹਿੰਦੇ ਕਿ ਸਾਡੇ ਕੋਲ ਹੋਰ ਵੀ ਵੈਕਸੀਨ ਆ ਜਾਵੇਗੀ ਤੇ 2.9 ਮਿਲੀਅਨ ਦੇ ਕਹਿੰਦੇ ਸਾਡੇ ਕੋਲ ਤੇ ਇਸ ਵਕਤ ਕੋਟਾ ਹੈਗਾ ਆ। 2.9 ਮਿਲੀਅਨ ਜਿਹੜੀਆਂ ਵਾ ਜਲਦ ਤੋਂ ਜਲਦ ਪਹੁੰਚ ਜਾਣਗੀਆਂ ਔਰ ਇੱਕ ਵੱਡੀ ਸ਼ਿਪਮੈਂਟ ਜਿਹੜੀ ਪਹੁੰਚ ਵੀ ਚੁੱਕੀ ਆ। ਸੋ ਇਸ ਤਰੀਕੇ ਨਾਲ ਹੁਣ ਕੈਨੇਡਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਕਿਉਂਕਿ ਇਸ ਸ਼ਿਪਮੈਂਟ ਆਈ ਨੂੰ 20 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਆ। ਸੋ ਕਈ ਥਾਵਾਂ 'ਤੇ ਸ਼ਾਇਦ ਟੀਕੇ ਲੱਗਣੇ ਸ਼ੁਰੂ ਵੀ ਹੋ ਗਏ ਹੋਣਗੇ। ਸੋ ਹੁਣ ਜਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਬਾਕੀ ਜਿਹੜੇ ਲੋਕਾਂ ਦੇ ਟੀਕੇ ਲੱਗੇ ਆ 12 ਸਾਲ ਤੋਂ ਉੱਪਰ। ਸੋ ਹੁਣ ਉਮੀਦ ਹੈ ਕਿ ਜਿਹੜੇ 12 ਸਾਲ ਤੋਂ ਘੱਟ 5 ਸਾਲ ਤੱਕ ਉਮਰ ਦੇ ਬੱਚੇ ਆ ਉਹਨਾਂ ਦੇ ਵੀ ਇਸੇ ਤਰੀਕੇ ਨਾਲ ਹੁਣ ਟੀਕੇ ਲੱਗਣੇ ਸ਼ੁਰੂ ਹੋ ਗਏ ਨੇ ਤੇ ਇਸੇ ਵੱਡੀ ਪ੍ਰਤੀਸ਼ਤ ਦੇ ਵਿੱਚ ਲੱਗਣਗੇ। ਸੋ ਮਨਦੀਪ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਕੈਨੇਡਾ ਨਾਓ ਵਿੱਚ ਅਸੀਂ ਰੋਜ਼ ਤੁਹਾਡੇ ਨਾਲ तमाम ਖਬਰਾਂ ਦੇ ਉੱਪਰ ਚਰਚਾ ਕਰਦੇ ਹੋਏ ਰੂਬਰੂ ਹੁੰਦੇ ਰਵਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ।